बेटा जिस तरह तुहानू पहले असी डीसी मोटर दियाँ जिहड़ी डीसी मोटर नू किहड़े स्टार्टर नाल आपां स्टार्ट करते हैं उहदे बारे जानकारी दित्ती सी। अज असी तुहाडे सामने लैके आए हैं जिहड़ी साडी डीसी मोटर है। डीसी मोटर किहड़ी है? डीसी शंट मोटर है, सीरीज मोटर है, कंपाउंड मोटर है। उस मोटरां दी स्पीड कंट्रोल किस तरह की जाती है? स्पीड कंट्रोल ऑफ डीसी मोटर। जिहड़ी डीसी मोटर की स्पीड है मेनली चार गल्लां ते निर्भर करती है। सब तो पहला हैगी सप्लाई वोल्टेज ते, आर्मेचर प्रतिरोध ते, आर्मेचर करंट ते फील्ड फ्लक्स फाई ते। फील्ड फ्लक्स नूं किस तरह लिखदे आ? फाई दे निशान दे नाल। ठीक है, ये चीज़ां नूं आपां ये गल्लां ते निर्भर करदी स्पीड डीसी मोटर की। ये चीज़ां नूं आपां चेंज करके असीं डीसी मोटर की स्पीड नूं चेंज कर सकते हैं, कंट्रोल कर सकते हैं। कंट्रोल का मतलब है उहदे च वेरीएशन लिया सकते हैं। हुण सब तो पहला साडी डीसी शंट मोटर बारे आपां दी स्पीड कंट्रोल करांगे। किहड़ी विधि नाल डीसी शंट मोटर की स्पीड कंट्रोल की जा सकती है? डीसी शंट मोटर की जिहड़ी स्पीड कंट्रोल है बेसिकली दो विधियां। सब तो पहली हैगी है फील्ड कंट्रोल विधि, दूसरी है आर्मेचर कंट्रोल विधि। फील्ड कंट्रोल विधि दे विच की है साडी तुहानूं पता ही है। डीसी शंट मोटर दे विच की है जिहड़ी शंट वाइंडिंग है आर्मेचर वाइंडिंग दे पैरल विच जुड़ी हुंदी है। हुण फील्ड कंट्रोल विधि है। फील्ड कंट्रोल विधि दे विच आर्मेचर नूं आपां उस तरह ही रखना है ते जिहड़ी साडी शंट फील्ड है ਉਹਦੇ ਆਪਾਂ सीरीज ਦੇ ਵਿੱਚ एक वेरीएबल रेजिस्टेंस ਜਾਂ परिवर्तनशील प्रतिरोध लगा देना है। ਇਹ परिवर्तनशील प्रतिरोध ਦੇ ਨਾਲ ਕੀ ਹੈ ਇਹ ਜਿਹੜਾ फ्लक्स है फील्ड ਦਾ फ्लक्स है ਇਹ चेंज होएगा। फील्ड ਦਾ फ्लक्स ਜਿਹੜਾ ਹੈਗਾ ਘਟ ਜਾਏਗਾ। फील्ड ਦਾ फ्लक्स ਘਟੇਗਾ ਤੇ स्पीड ਜਿਹੜੀ ਹੈ ਸਾਡੀ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ फ्लक्स ਦੇ ਤੇ ਸਾਡੀ स्पीड ਜਿਹੜੀ ਹੈ फील्ड कंट्रोल विधि ਦੇ ਨਾਲ ਵੱਧ ਜਾਏਗੀ। फील्ड कंट्रोल विधि ਨਾਲ ਜਿਹੜੀ ਸਾਡੀ स्पीड है ਉਹ ਵਧੇਗੀ। ਇਹਦਾ ਇੱਕ ਸਰਕਟ ਡਾਇਗਰਾਮ ਹੇਠ ਲਿਖੇ ਅਨੁਸਾਰ ਹੈ। ਸਰਕਟ ਡਾਇਗਰਾਮ ਹੈ, ਬੜੇ ਧਿਆਨ ਨਾਲ ਦੇਖ ਲਓ। ਇਸ ਤੋਂ ਬਾਅਦ ਅਸੀਂ ਡੀਸੀ ਸ਼ੰਟ ਮੋਟਰ ਦੀ ਆਰਮੇਚਰ ਕੰਟਰੋਲ ਵਿਧੀ ਬਾਰੇ ਦੱਸਾਂਗੇ। ਆਰਮੇਚਰ ਕੰਟਰੋਲ ਕਿਸ ਤਰ੍ਹਾਂ ਕਰਨਾ ਹੈ, ਆਰਮੇਚਰ ਨਾਲ ਕਿਸ ਤਰ੍ਹਾਂ ਅਸੀਂ ਡੀਸੀ ਸ਼ੰਟ ਮੋਟਰ ਦੀ ਸਪੀਡ ਨੂੰ ਕੰਟਰੋਲ ਕਰ ਸਕਦੇ ਹਾਂ। ਜਿਹੜੀ ਆਰਮੇਚਰ ਕੰਟਰੋਲ ਵਿਧੀ ਹੈ ਇਹਦੇ ਵਿੱਚ ਅਸੀਂ ਸੀਰੀਜ਼ ਦੇ ਵਿੱਚ ਆਰਮੇਚਰ ਦੇ ਸੀਰੀਜ਼ 'ਚ ਇੱਕ ਪ੍ਰਤੀਵਰਤਨਸ਼ੀਲ ਪ੍ਰਤੀਰੋਧ ਲਗਾਵਾਂਗੇ। ਇਹਦੇ ਨਾਲ ਜਿਹੜੀ ਡੀਸੀ ਸ਼ੰਟ ਮੋਟਰ ਦੀ ਆਰਮੇਚਰ ਦਾ ਕਰੰਟ ਇਹਦੇ ਨਾਲ ਘਟੇਗਾ। ਆਰਮੇਚਰ ਦੇ ਕਰੰਟ ਘਟਣ ਦੇ ਨਾਲ ਸਪੀਡ ਜਿਹੜੀ ਇਹਦੀ ਘਟ ਜਾਏਗੀ ਕਿਉਂਕਿ ਸਪੀਡ ਜਿਹੜੀ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਰਮੇਚਰ ਕਰੰਟ ਹੈ। ਆਰਮੇਚਰ ਦੇ ਕਰੰਟ ਦੇ ਘਟਣ ਦੇ ਨਾਲ ਸਾਡੀ ਸਪੀਡ ਘਟ ਜਾਏਗੀ। ਅਗਰ ਅਸੀਂ ਆਰਮੇਚਰ ਕੰਟਰੋਲ ਵਿਧੀ ਕਰਨੀ ਹੈ ਜੇ ਅਸੀਂ ਡੀਸੀ ਮੋਟਰ ਦੀ ਸਪੀਡ 15 ਤੋਂ 30% ਵਧਾਣੀ ਹੈ ਤੇ ਅਸੀਂ ਫੀਲਡ ਕੰਟਰੋਲ ਵਿਧੀ ਯੂਜ਼ ਕਰਾਂਗੇ। ਜੇ ਅਸੀਂ ਘਟਾਣੀ ਹੈ ਤੇ ਆਰਮੇਚਰ ਕੰਟਰੋਲ ਵਿਧੀ ਯੂਜ਼ ਕਰਾਂਗੇ। ਆਰਮੇਚਰ ਕੰਟਰੋਲ ਵਿਧੀ ਦੇ ਵਿੱਚ ਦੇਖੋ ਬੜਾ ਈਜ਼ੀ ਹੈ। ਆਰਮੇਚਰ ਕੰਟਰੋਲ ਵਿਧੀ ਦੇ ਵਿੱਚ ਆਰਮੇਚਰ ਕੰਟਰੋਲ ਵਿਧੀ ਦੇ ਵਿੱਚ ਦੇਖੋ ਸਾਡਾ ਇਹ ਫੀਲਡ ਵਾइंडिंग ਹੈ। ਇਹਨੂੰ ਆਪਾਂ Z ਨਾਲ ਡਿਨੋਟ ਕਰਦੇ ਹਾਂ। ਇਹਦੇ ਆਪਾਂ ਸੀਰੀਜ਼ ਦੇ ਵਿੱਚ ਇੱਕ ਪਰਿਵਰਤਨਸ਼ੀਲ ਪ੍ਰਤੀਰੋਧ ਜਿਹਨੂੰ ਆਪਾਂ ਵੇਰੀਏਬਲ ਰੈਜ਼ਿਸਟੈਂਸ ਕਹਿੰਦੇ ਹਾਂ ਜਾਂ ਰਿਓਸਟੈਟ ਕਹਿੰਦੇ ਹਾਂ। ਵੇਰੀਏਬਲ ਰੈਜ਼ਿਸਟੈਂਸ ਇਹ ਕਾਰਬਨ ਬ੍ਰਸ਼ ਹੈ। ਇੱਥੇ ਸਾਡਾ EB ਬੈਕ EMF ਬਣਦੀ ਹੈ। ਇਸ ਦੇ ਸੀਰੀਜ਼ ਵਿੱਚ ਅਸੀਂ ਇਸ ਦੇ ਸੀਰੀਜ਼ ਵਿੱਚ ਵੇਰੀਏਬਲ ਪ੍ਰਤੀਰੋਧ ਲਗਾ ਦਾਂਗੇ। ਪੋਜ਼ਿਟਿਵ ਨੈਗੇਟਿਵ ਇਨਪੁਟ ਵੋਲਟੇਜ ਇਹਦੇ ਨਾਲ ਕੀ ਹੈ ਲੋਡ ਕਰੰਟ ਹੈ। ਆਰਮੇਚਰ ਦਾ ਕਰੰਟ ਘਟ ਜਾਏਗਾ। ISS ਕੌਂਸਟੈਂਟ ਰਹੇਗਾ। ਇਹਦੇ ਨਾਲ ਜਿਹੜੀ ਸਪੀਡ ਹੈ ਡਾਇਰੈਕਟਲੀ ਪ੍ਰੋਪੋਰਸ਼ਨਲ ਟੂ ਆਰਮੇਚਰ ਦੇ ਕਰੰਟ ਹੁੰਦੀ ਹੈ। ਆਰਮੇਚਰ ਦਾ ਕਰੰਟ ਘਟੇਗਾ ਤੇ ਸਪੀਡ ਆਪਣੇ ਆਪ ਘਟ ਜਾਏਗੀ। ਇਹ ਸਪੀਡ ਆਰਮੇਚਰ ਕੰਟਰੋਲ ਵਿਧੀ ਉੱਥੇ ਯੂਜ਼ ਕੀਤੀ ਜਾਂਦੀ ਹੈ ਜਿੱਥੇ ਸਾਨੂੰ ਘੱਟ ਸਪੀਡ ਦੀ ਲੋੜ ਪੈਂਦੀ ਹੈ। ਠੀਕ ਹੈ ਜੀ, ਇਹ ਤੁਹਾਡੀ ਆਰਮੇਚਰ ਕੰਟਰੋਲ ਵਿਧੀ ਹੈ। ਇਸ ਤੋਂ ਬਾਅਦ ਅਸੀਂ ਡੀਸੀ ਸੀਰੀਜ਼ ਮੋਟਰ ਦੀ ਸਪੀਡ ਕੰਟਰੋਲ ਬਾਰੇ ਦੱਸਾਂਗੇ। ਇੱਕ ਬਾਰਲੀਓਨਾਰਡ ਮੈਥਡ ਦੇ ਬਾਰੇ ਦੱਸਾਂਗੇ ਤੇ ਸਪਲਾਈ ਵੋਲਟੇਜ ਦੇ ਨਾਲ ਅਸੀਂ ਸਪਲਾਈ ਵੋਲਟੇਜ ਨੂੰ ਵੇਰੀ ਕਰਕੇ ਅਸੀਂ ਸਪੀਡ ਨੂੰ ਕਿੱਦਾਂ ਕੰਟਰੋਲ ਕਰ ਸਕਦੇ ਹਾਂ ਉਹਦੇ ਬਾਰੇ ਦੱਸਾਂਗੇ। ਅਗਲੀ ਵੀਡੀਓ ਦੇ ਵਿੱਚ ਅਸੀਂ ਦੱਸਦੇ ਹਾਂ ਤੁਹਾਨੂੰ। ਡੀਸੀ ਸ਼ੰਟ ਮੋਟਰ ਦੀ ਸਪੀਡ ਕੰਟਰੋਲ ਕਰ ਲਈ ਹੈ। ਹੁਣ ਅਸੀਂ ਡੀਸੀ ਸੀਰੀਜ਼ ਮੋਟਰ ਦੀ ਸਪੀਡ ਕੰਟਰੋਲ ਵਿਧੀ ਬਾਰੇ ਦੱਸਾਂਗੇ। ਸਭ ਤੋਂ ਪਹਿਲਾਂ ਇਹਦੇ ਵਿੱਚ ਤੁਸੀਂ ਆਰਮੇਚਰ ਡਾਇਵਰਟਰ ਵਿਧੀ ਹੈ ਜਾਂ ਫੀਲਡ ਡਾਇਵਰਟਰ ਵਿਧੀ ਜਾਂ ਫੀਲਡ ਟੈਪਡ ਵਿਧੀ ਹੈਗੀ ਹੈ।
ਸਭ ਤੋਂ ਪਹਿਲਾਂ ਸਾਡੀ ਆਰਮੇਚਰ ਡਾਈਵਰਟਰ ਵਿਧੀ ਦੇ ਵਿੱਚ ਦੇਖੋ ਸਾਡੀ ਅਸੀਂ ਇਹਦੇ ਵਿੱਚ ਕੀ ਹੈ ਫੀਲਡ ਵਾਈਂਡਿੰਗ ਆਰਮੇਚਰ ਵਾਈਂਡਿੰਗ ਦੇ ਸੀਰੀਜ਼ ਵਿੱਚ ਲੱਗੀ ਹੁੰਦੀ ਹੈ। ਸੀਰੀਜ਼ ਮੋਟਰ ਦੇ ਵਿੱਚ ਇਹਦੇ ਅਸੀਂ ਆਰਮੇਚਰ ਦੇ ਪੈਲਰ ਦੇ ਵਿੱਚ ਇੱਕ ਪ੍ਰਤੀਰੋਧ ਲਗਾ ਦੇਣਾ ਹੈ, ਜਿਹਦੇ ਕਾਰਨ ਆਰਮੇਚਰ ਦਾ ਜਿਹੜਾ ਕਰੰਟ ਹੈ ਡਾਈਵਰਟ ਹੋ ਜਾਣਾ ਹੈ ਤੇ ਸਾਡੀ ਜਿਹੜੀ ਹੈ ਡੀਸੀ ਸੀਰੀਜ਼ ਮੋਟਰ ਦੀ ਸਪੀਡ ਹੈ ਜਿਹੜੀ ਉਹ ਸਾਡੀ ਕੀ ਹੋਣੀ ਹੈ ਘਟ ਜਾਣੀ ਹੈ। ਡੀਸੀ ਸੀਰੀਜ਼ ਮੋਟਰ ਦੀ ਸਪੀਡ ਘਟ ਜਾਣੀ ਹੈ ਕਿਉਂਕਿ ਸਪੀਡ ਜਿਹੜੀ ਹੈ ਆਰਮੇਚਰ ਕਰੰਟ ਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ। ਇਹਨਾਂ ਨਾਲ ਸਾਡੀ ਸਪੀਡ ਜਿਹੜੀ ਘਟ ਜਾਂਦੀ ਹੈ। ਠੀਕ ਹੈ, ਇਹਦਾ ਸਰਕਟ ਡਾਇਗਰਾਮ ਇਹ ਲਿਖਿਆ ਦਾ ਸਰਕਟ ਡਾਇਗਰਾਮ। ਇਸ ਮੋਟਰ ਨੂੰ ਹਮੇਸ਼ਾ ਲੋਡ ਦੇ ਉੱਤੇ ਚਲਾਉਣਾ ਹੈ, ਹਮੇਸ਼ਾ ਇਹਦੇ ਉੱਤੇ ਲੋਡ ਪਾ ਕੇ ਹੀ ਆਰਮੇਚਰ ਦੇ ਉੱਤੇ ਲੋਡ ਪਾ ਕੇ ਹੀ ਚਲਾਉਣਾ ਹੈ ਇਸ ਨੂੰ। ਅੱਗੇ ਹੈ ਫੀਲਡ ਡਾਈਵਰਟਰ ਵਿਧੀ ਦੇ ਵਿੱਚ ਦੇਖੋ ਸਾਡਾ ਆਰਮੇਚਰ ਉਸ ਤਰ੍ਹਾਂ ਹੀ ਹੈ, ਲੇਕਿਨ ਉਹਦੀ ਫੀਲਡ ਦੇ ਪੈਲਰ ਵਿੱਚ ਅਸੀਂ ਇੱਕ ਪ੍ਰਤੀਰੋਧ ਪਰਿਵਰਤਨਸ਼ੀਲ ਪ੍ਰਤੀਰੋਧ ਪੈਲਰ ਵਿੱਚ ਜੋੜਤਾ ਹੈ। ਇਹਦੇ ਕਾਰਨ ਫਲਕਸ ਜਿਹੜੀ ਹੈ ਚੇਂਜ ਹੁੰਦੀ ਹੈ, ਫਲਕਸ ਜਿਹੜੀ ਹੈ ਸਾਡੀ ਵੱਧ ਜਾਂਦੀ ਹੈ ਤੇ ਸਪੀਡ ਜਿਹੜੀ ਫਲਕਸ ਘਟ ਜਾਂਦੀ ਹੈ ਤੇ ਸਪੀਡ ਜਿਹੜੀ ਸਾਡੀ ਇਹਦੇ ਵਿੱਚ ਸਭ ਤੋਂ ਜਿਹੜਾ ਦੂਸਰਾ ਹੈਗਾ ਇਹਦੇ ਵਿੱਚ ਸਾਡੀ ਫੀਲਡ ਡਾਈਵਰਟਰ ਵਿਧੀ ਦੇ ਵਿੱਚ ਜਿਹੜੀ ਸਾਡੀ ਸਪੀਡ ਹੈ ਸਪੀਡ ਵੱਧਦੀ ਹੈ। ਜਿਹੜਾ ਆਰਮੇਚਰ ਡਾਈਵਰਟਰ ਵਿਧੀ ਹੈ ਇਹਦੇ 'ਚ ਸਪੀਡ ਘਟਦੀ ਹੈ। ਫੀਲਡ ਡਾਈਵਰਟਰ ਦੇ ਵਿੱਚ ਕਿਉਂਕਿ ਫਲਕਸ ਘਟ ਜਾਂਦੀ ਹੈ, ਫਲਕਸ ਘਟਣ ਦੇ ਨਾਲ ਸਪੀਡ ਜਿਹੜੀ ਹੈ ਵੱਧ ਜਾਂਦੀ ਹੈ ਫੀਲਡ ਡਾਈਵਰਟਰ ਵਿਧੀ 'ਚ। ਅੱਗੇ ਫੀਲਡ ਟੈਪਡ ਵਿਧੀ ਹੈ। ਫੀਲਡ ਟੈਪਡ ਵਿਧੀ ਦੇ ਵਿੱਚ ਅਸੀਂ 0 ਤੋਂ ਲੈ ਕੇ ਮੈਕਸਿਮਮ ਵੋਲਟੇਜ ਜਿਹੜੀ ਆਪਾਂ ਵੋਲਟੇਜ ਤੁਹਾਡੀ ਸਪੀਡ ਨੂੰ ਵਧਾਇਆ ਜਾ ਸਕਦਾ ਹੈ। ਇਹ ਸਾਡਾ ਸਿਲੈਕਟਰ ਸਵਿਚ ਹੈ, ਆਪਾਂ ਟੈਪਿੰਗ ਕੀਤੀ ਹੁੰਦੀ ਹੈ ਫੀਲਡ ਵਾਈਂਡਿੰਗ ਦੇ ਉੱਤੇ, ਉਹ ਟੈਪਿੰਗ ਸਿਲੈਕਟਰ ਸਵਿਚ ਨਾਲ ਸਿਲੈਕਟ ਹੋ ਕੇ ਸਾਡੀ ਜਿਹੜੀ ਹੈ ਸਪੀਡ ਨੂੰ ਆਪਾਂ ਚੇਂਜ ਕਰ ਸਕਦੇ ਹਾਂ। ਇਹ ਫੀਲਡ ਟੈਪਡ ਵਿਧੀ ਹੈ। ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਕਰਾਂਗੇ ਪਰਿਵਰਤਨਸ਼ੀਲ ਵੋਲਟੇਜ ਦੀ ਵਰਤੋਂ ਕਰਕੇ ਤੇ ਇੱਕ ਸਾਡੇ ਕੋਲ ਲਿਓਨਾਰਡ ਮੈਥਡ ਹੈ, ਉਹਦੇ ਨਾਲ ਵੀ ਅਸੀਂ ਡੀਸੀ ਸ਼ੰਟ ਮੋਟਰ ਦੀ ਜਿਹੜੀ ਵੋਲਟੇਜ ਹੈ ਆਰਮੇਚਰ ਨੂੰ ਕੰਟਰੋਲ ਕਰਨਾ ਹੈ। ਆਰਮੇਚਰ ਦੀ ਜਿਹੜੀ ਸਪੀਡ ਆ ਉਹਨੂੰ ਕੰਟਰੋਲ ਕਰਨਾ ਹੈ, ਉਹਦੀ ਆਉਟਪੁੱਟ ਨੂੰ ਕੰਟਰੋਲ ਕਰਨਾ ਹੈ। ਜਿਹੜੀ ਆਰਮੇਚਰ ਨੂੰ ਆਪਾਂ ਵੋਲਟੇਜ ਦੇਣੀ ਹੈ, ਆਰਮੇਚਰ ਵੋਲਟੇਜ ਕੰਟਰੋਲ ਵਿਧੀ ਹੈ, ਉਹਨੂੰ ਲਿਓਨਾਰਡ ਮੈਥਡ ਵੀ ਕਹਿੰਦੇ ਆ। ਤੇ ਦੂਸਰਾ ਮੈਥਡ ਹੈ ਕਿ ਜਿਹੜੀ ਸਾਡੀ ਮੇਨ ਵੋਲਟੇਜ ਹੈ ਉਹਦੇ ਵਿੱਚ ਰੈਜ਼ਿਸਟੈਂਸ ਲਗਾ ਕੇ ਅਸੀਂ ਓਵਰਆਲ ਜਿਹੜੀ ਸਪੀਡ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਥੈਂਕ ਯੂ। ਦੇਖੋ ਬੇਟਾ, ਅਸੀਂ ਪਹਿਲੇ ਤੁਹਾਨੂੰ ਡੀਸੀ ਸ਼ੰਟ ਮੋਟਰ ਤੇ ਡੀਸੀ ਸੀਰੀਜ਼ ਮੋਟਰ ਦੀ ਸਪੀਡ ਕੰਟਰੋਲ ਬਾਰੇ ਦੱਸ ਦਿੱਤਾ ਹੈ। ਡੀਸੀ ਸ਼ੰਟ ਮੋਟਰ ਦੀ ਸਪੀਡ ਕੰਟਰੋਲ ਦੇ ਵਿੱਚ ਸਭ ਤੋਂ ਪਹਿਲਾਂ ਫੀਲਡ ਕੰਟਰੋਲ ਵਿਧੀ ਹੈ, ਆਰਮੇਚਰ ਕੰਟਰੋਲ ਵਿਧੀ ਹੈ। ਫੀਲਡ ਕੰਟਰੋਲ ਵਿਧੀ ਦੇ ਵਿੱਚ ਕੀ ਹੈ? ਫੀਲਡ ਕੰਟਰੋਲ ਵਿਧੀ ਫੀਲਡ ਵਾਈਂਡਿੰਗ ਦੇ ਸੀਰੀਜ਼ ਵਿੱਚ ਅਸੀਂ ਰੈਜ਼ਿਸਟੈਂਸ ਲਗਾਉਂਦੇ ਆ, ਉਹਦੇ ਨਾਲ ਕੀ ਹੈ ਸਪੀਡ ਜਿਹੜੀ ਤੁਹਾਡੀ ਇੰਕਰੀਜ਼ ਕਰਦੀ ਹੈ। ਦੂਸਰਾ ਜਿਹੜਾ ਹੈਗਾ ਉਹ ਹੈਗਾ ਆਰਮੇਚਰ ਕੰਟਰੋਲ ਵਿਧੀ। ਆਰਮੇਚਰ ਦੇ ਸੀਰੀਜ਼ ਵਿੱਚ ਆਪਾਂ ਰੈਜ਼ਿਸਟੈਂਸ ਲਗਾਉਂਦੇ ਆ, ਉਹਦੇ ਨਾਲ ਜਿਹੜੀ ਤੁਹਾਡੀ ਸਪੀਡ ਹੈ ਘਟ ਜਾਂਦੀ ਹੈ। ਉਸ ਤੋਂ ਬਾਅਦ ਡੀਸੀ ਸ਼ੰਟ ਮੋਟਰ ਦਾ ਅਸੀਂ ਅਗਰ ਸਪੀਡ ਕੰਟਰੋਲ 0 ਤੋਂ ਲੈ ਕੇ ਦੁੱਗਣੀ ਕਰਨਾ ਚਾਹੁੰਦੇ ਆ ਤੇ ਸਾਡਾ ਜਿਹੜਾ ਮੈਥਡ ਆਉਂਦਾ ਹੈ ਉਹ ਲਿਓਨਾਰਡ ਮੈਥਡ ਹੈ। ਲਿਓਨਾਰਡ ਮੈਥਡ ਦੇ ਵਿੱਚ ਅਸੀਂ ਅਗਰ ਜੇ ਲਗਾਉਣਾ ਹੈ, ਇਹਦੇ ਵਾਸਤੇ ਸਾਨੂੰ ਡੀਸੀ ਸ਼ੰਟ ਮੋਟਰ ਤੋਂ ਇਲਾਵਾ 2 ਮਸ਼ੀਨਾਂ ਦੀ ਲੋੜ ਪੈਂਦੀ ਹੈ। ਸਭ ਤੋਂ ਪਹਿਲਾਂ ਡੀਸੀ ਜਨਰੇਟਰ ਦੀ ਲੋੜ ਪੈਂਦੀ ਹੈ ਤੇ 3 ਫੇਸ ਮੋਟਰ ਦੀ ਲੋੜ ਪੈਂਦੀ ਹੈ। ਇਹ ਤੁਹਾਨੂੰ ਦਿਖਾਈ ਹੈ ਅਸੀਂ। ਇਹ ਤੁਹਾਡੀ ਜਿਹੜੀ ਹੈ ਇਹ ਸ਼ੰਟ ਮੋਟਰ ਹੈ ਜਿਹਦੇ ਟਰਮੀਨਲ ZZZ ਹੈ, AA ਹੈ। ਇਹਦੇ ਵਿੱਚ ਕੀ ਹੈ ਲਿਓਨਾਰਡ ਮੈਥਡ ਨੂੰ ਸਮਝਣ ਵਾਸਤੇ ਬੜਾ ਈਜ਼ੀਲੀ ਤਰੀਕਾ ਹੈ। ਸਭ ਤੋਂ ਪਹਿਲਾਂ ਤੁਸੀਂ ਸ਼ੰਟ ਮੋਟਰ ਬਣਾਉਣੀ ਹੈ। ਸ਼ੰਟ ਮੋਟਰ ਇਹਦਾ ਸਰਕਟ ਡਾਇਗਰਾਮ ਜੇ ਸਮਝਣਾ ਹੈ, ਸਭ ਤੋਂ ਪਹਿਲਾਂ ਅਸੀਂ ਕੀ ਕਰਨਾ ਹੈ, ਇੱਕ ਅਸੀਂ ਡੀਸੀ ਸ਼ੰਟ ਮੋਟਰ ਬਣਾਉਣੀ ਹੈ ਜਿਹਦੇ ਟਰਮੀਨਲ ਕੀ ਹੈ ZZZ। ਇਹ ਫੀਲਡ ਵਾਈਂਡਿੰਗ ਹੈ ਜੀ, ਮੇਨ ਮੋਟਰ ਦੀ ਫੀਲਡ ਵਾਈਂਡਿੰਗ ਹੈ। ਇਹ ਇਹਦੀ ਆਰਮੇਚਰ ਵਾਈਂਡਿੰਗ ਹੈ। ਠੀਕ ਹੈ ਜੀ। ਜਿਹੜੀ ਇਹਦੀ ਫੀਲਡ ਵਾਈਂਡਿੰਗ ਹੈ ਇਸ ਨੂੰ ਅਸੀਂ ਪੋਜ਼ਿਟਿਵ ਤੇ ਨੈਗੇਟਿਵ ਨਾਲ ਫੀਲਡ ਵਾਈਂਡਿੰਗ ਨੂੰ ਅਲੱਗ ਤੋਂ ਐਕਸਾਈਟ ਕਰ ਦੇਣਾ। ਐਕਸਾਈਟ ਕਰਤਾ। ਜਿਹੜੀ ਇਹਦੀ ਆਰਮੇਚਰ ਵਾਈਂਡਿੰਗ ਹੈ ਉਹ ਜਨਰੇਟਰ ਦੀ ਆਉਟਪੁੱਟ ਦੇ ਨਾਲ ਸਿੱਧੀ ਕਪਲ ਕਰ ਦੇਣੀ ਹੈ। ਜਿਹੜੀ ਇਹਦੀ ਆਉਟਪੁੱਟ ਹੈ ਆਰਮੇਚਰ ਦੇ ਟਰਮੀਨਲ ਨਾਲ ਲਗਾ ਦੇਣੀ ਹੈ ਜਨਰੇਟਰ ਦੀ ਆਉਟਪੁੱਟ। ਜਨਰੇਟਰ ਦੀ ਜਿਹੜੀ ਫੀਲਡ ਵਾਈਂਡਿੰਗ ਹੈ ਉਸ ਨੂੰ ਵੀ ਸੇਮ ਵੋਲਟੇਜ ਨਾਲ ਐਕਸਾਈਟ ਕਰਨਾ ਹੈ, ਪਰ ਕਿਹਦੇ ਥਰੂ ਐਕਸਾਈਟ ਕਰਨਾ ਹੈ? ਇੱਕ ਚੇਂਜ ਓਵਰ ਸਵਿਚ ਦੇ ਥਰੂ ਤੇ ਇੱਕ ਨਾਲ ਉਹਦੇ ਰਿਓਸਟੈਟ ਲਗਾ ਕੇ ਇਹ ਰਿਓਸਟੈਟ ਦੇ ਨਾਲ ਹੀ ਸਾਡੀ ਜਿਹੜੀ ਹੈ ਸਪੀਡ ਜਿਹੜੀ ਹੈ ਵੇਰੀਏਸ਼ਨ ਹੋਣੀ ਹੈ, ਕਿਉਂਕਿ ਇਹ ਰਿਓਸਟੈਟ ਦੀ ਫੀਲਡ ਅਸੀਂ ਜਿਹੜੀ ਜਨਰੇਟਰ ਦੀ ਉਹ ਹੈਗੀ ਹੈ ਫੀਲਡ ਵਾਈਂਡਿੰਗ ਹੈ, ਇਹ ਰਿਓਸਟੈਟ ਦੇ ਅਨੁਸਾਰ ਅਸੀਂ ਇਹਨੂੰ ਐਕਸਾਈਟ ਕਰ ਰਹੇ ਹਾਂ
ਇਹਦੀ ਐਕਸਾਈਟੇਸ਼ਨ ਨਾਲ ਜਨਰੇਟਰ ਦੀ ਆਊਟਪੁੱਟ ਤੇ ਫਰਕ ਪੈਂਦਾ ਹੈ। ਜਨਰੇਟਰ ਦੀ ਆਊਟਪੁੱਟ ਫਰਕ ਪੈਣ ਨਾਲ ਜਿਹੜੀ ਜਨਰੇਟਰ ਦੀ ਆਊਟਪੁੱਟ ਆਰਮੇਚਰ ਨੂੰ ਦਿੱਤੀ ਦੀ ਹੈ, ਆਰਮੇਚਰ ਦਾ ਕਰੰਟ ਜਿਹੜਾ ਇਹਦੇ ਨਾਲ ਕੰਟਰੋਲ ਹੋ ਰਿਹਾ ਹੈ ਤੇ ਸਾਡੀ ਜਿਹੜੀ ਹੈ ਆਪਣਾ ਜਿਹੜੀ ਵੋਲਟੇਜ ਹੈ ਜਿਹੜੀ ਤੁਹਾਡੀ ਸਪੀਡ ਹੈ, ਸਪੀਡ ਜਿਹੜੀ ਹੈ ਵੋਲਟੇਜ ਤੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੁੰਦੀ ਹੈ। ਠੀਕ ਹੈ, ਵੋਲਟੇਜ ਜੇ ਅਸੀਂ ਘਟਾਵਾਂਗੇ ਤੇ ਸਪੀਡ ਜਿਹੜੀ ਹੈ ਘਟ ਜਾਏਗੀ, ਵੋਲਟੇਜ ਵਧਾਵਾਂਗੇ ਤੇ ਸਪੀਡ ਵੱਧ ਜਾਏਗੀ ਆਰਮੇਚਰ ਦੀ ਵੋਲਟੇਜ। ਠੀਕ ਹੈ, ਹੁਣ ਇਹਦੇ ਵਿੱਚ ਇਹ ਜਿਹੜੀ 3 ਫੇਸ ਮੋਟਰ ਜਿਹੜੀ ਕਿਉਂ ਲਗਾਈ ਦੀ ਹੈ, 3 ਫੇਸ ਮੋਟਰ ਜਨਰੇਟਰ ਨੂੰ ਚਲਾਉਣ ਵਾਸਤੇ ਲਗਾਈ ਦੀ। ਜਨਰੇਟਰ ਦੀ ਜਿਹੜਾ ਉਹ ਹੈਗੀ ਆਰਮੇਚਰ ਉਹਨੂੰ ਰੋਟੇਟ ਕਰਨ ਵਾਸਤੇ ਜਿਹੜੀ ਸਾਡੀ ਆਪਾਂ ਔਰੀ ਜਨਰੇਟਰ ਦੀ ਜਿਹੜਾ ਆਰਮੇਚਰ ਉਹਨੂੰ ਘੁਮਾਉਣ ਵਾਸਤੇ ਇਹਨੂੰ ਕੌਨਸਟੈਂਟ ਮੋਟਰ ਨੇ ਕੌਨਸਟੈਂਟ ਆਊਟਪੁੱਟ ਦੇਣੀ ਹੈ। ਜਿਹੜੀ ਮੋਟਰ ਦਾ ਕੰਮ ਹੈ, ਮੋਟਰ ਨੂੰ ਆਪਾਂ ਸਪਲਾਈ ਦਿੱਤੀ ਹੈ, ਇਹਨੇ ਮਕੈਨੀਕਲ ਦਾ ਕੰਮ ਹੈ ਜਨਰੇਟਰ ਦੀ ਆਰਮੇਚਰ ਨੂੰ ਘੁਮਾਉਣਾ, ਇੱਕ ਕੌਨਸਟੈਂਟ ਸਪੀਡ ਦੇ ਉੱਤੇ ਘਟਾਉਣਾ ਹੈ। ਉਹ ਤੇ ਆਰਮੇਚਰ ਦੇ ਉੱਤੇ ਵੀ ਕੌਨਸਟੈਂਟ ਵੋਲਟੇਜ ਆਣੀ ਹੈ, ਪਰ ਅਸੀਂ ਜਿਹੜੀ ਇਹਦੀ ਫੀਲਡ ਜਿਹੜੀ ਜਨਰੇਟਰ ਦੀ ਫੀਲਡ ਹੈ ਉਹਨੂੰ ਰਿਓਸਟੈਟ ਨਾਲ ਐਕਸਾਈਟ ਕਰਕੇ ਆਰਮੇਚਰ ਦੀ ਵੋਲਟੇਜ ਨੂੰ ਚੇਂਜ ਕਰ ਰਹੇ ਹਾਂ। ਹੁਣ ਚੇਂਜ ਓਵਰ ਸਵਿਚ ਇਹਦੇ ਵਿੱਚ ਜਿਹੜਾ ਬਾਲ ਲਿਓਨਾਰਡ ਮੈਥਡ ਦੇ ਵਿੱਚ ਇੱਕ ਤੇ ਸਪੀਡ ਜਿਹੜੀ ਹੈ ਉਹ 0 ਤੋਂ ਲੈ ਕੇ ਨੋਰਮਲ ਤੇ ਨੋਰਮਲ ਤੋਂ ਦੁਗਣੀ ਸਪੀਡ ਆਪਾਂ ਪ੍ਰਾਪਤ ਕਰ ਸਕਦੇ, ਨੋਰਮਲ ਤੋਂ 2 ਗੁਣੀ ਸਪੀਡ ਪ੍ਰਾਪਤ ਕਰ ਸਕਦੇ ਹਾਂ। ਠੀਕ ਹੈ, ਇਹ ਮੈਥਡ ਦੇ ਨਾਲ। ਦੂਸਰਾ ਕੀ ਹੈ, ਇਹਦੇ ਵਿੱਚ ਜਿਹੜੀ ਰੋਟੇਸ਼ਨ ਆਫ ਜਿਹੜੀ ਮੋਟਰ ਦੀ ਜਿਹੜੀ ਰੋਟੇਸ਼ਨ ਹੈ ਉਹਨੂੰ ਵੀ ਆਪਾਂ ਚੇਂਜ ਕਰ ਸਕਦੇ ਹਾਂ। ਅਗਰ ਕਲੋਕਵਾਈਜ਼ ਘੁੰਮ ਰਹੀ ਹੈ ਉਹਨੂੰ ਆਪਾਂ ਐਂਟੀ ਕਲੋਕਵਾਈਜ਼ ਕਰ ਸਕਦੇ ਹਾਂ, ਕਿਉਂਕਿ ਚੇਂਜ ਓਵਰ ਇਹ ਜਿਹੜਾ ਤੁਹਾਡਾ 2 ਵੇ ਸਵਿਚ ਦੀ ਤਰ੍ਹਾਂ ਕੰਮ ਕਰਦਾ ਹੈ। ਅਗਰ ਅਸੀਂ ਇਸ ਨੂੰ ਆਪਾਂ ਆਪਰੇਟ ਕਰਦੇ ਹਾਂ, ਐਰੀ ਜਿਹੜਾ ਚੇਂਜ ਓਵਰ ਹੈ, ਸਪੋਜ਼ ਇਹ ਤੁਹਾਡਾ Z ਹੈ, ਜਿਹੜਾ ਇਹਦਾ ਟਰਮੀਨਲ ਹੈ ਇਹ ਇੱਥੋਂ ਨੈਗੇਟਿਵ ਲੈ ਰਿਹਾ, ਉਧਰੋਂ ਦੀ ਪੋਜ਼ਿਟਿਵ ਲੈ ਰਿਹਾ। ਜਦੋਂ ਆਪਾਂ ਚੇਂਜ ਓਵਰ ਲਗਾਵਾਂਗੇ ਤੇ ਉਹ ਜਿਹੜੇ ਨੈਗੇਟਿਵ ਪੋਜ਼ਿਟਿਵ ਚੇਂਜ ਹੋ ਜਾਣਗੇ, ਨੈਗੇਟਿਵ ਪੋਜ਼ਿਟਿਵ ਚੇਂਜ ਹੋਣਗੇ ਚੇਂਜ ਓਵਰ ਦੀ ਸਹਾਇਤਾ ਨਾਲ, ਤੇ ਰੋਟੇਸ਼ਨ ਵੀ ਚੇਂਜ ਹੋ ਜਾਏਗੀ। ਮੋਟਰ ਦੀ ਜਿਹੜੀ ਰੋਟੇਸ਼ਨ ਹੈ, ਮੇਨ ਮੋਟਰ ਦੀ ਜਿਹੜੀ ਆਪਾਂ ਸਪੀਡ ਕੰਟਰੋਲ ਕਰ ਰਹੇ ਹਾਂ ਉਹਦੀ ਰੋਟੇਸ਼ਨ ਜਿਹੜੀ ਹੈ ਉਹ ਵੀ ਚੇਂਜ ਹੋ ਜਾਏਗੀ। ਇਸ ਬਾਲ ਲਿਓਨਾਰਡ ਮੈਥਡ ਦੇ ਨਾਲ ਅਸੀਂ ਰੋਟੇਸ਼ਨ ਵੀ ਚੇਂਜ ਕਰ ਸਕਦੇ ਹਾਂ, ਰੋਟੇਸ਼ਨ ਚੇਂਜ ਬਾਏ ਚੇਂਜ ਓਵਰ ਸਵਿਚ। ਠੀਕ ਹੈ ਜੀ, ਇਹ ਸਾਡਾ ਬਾਲ ਲਿਓਨਾਰਡ ਮੈਥਡ ਹੈ ਸਪੀਡ ਕੰਟਰੋਲ ਦਾ। ਇੱਕ ਜਿਹੜਾ ਸਾਡਾ ਸਿੰਪਲ ਅਸੀਂ DC ਜਿਹੜੀ ਸੀਰੀਜ਼ ਮੋਟਰ ਹੈ ਉਹ ਆਪਾਂ ਮੋਟਰ ਦੀ ਜਿਹੜੀ ਹੈ ਅਸੀਂ ਕੀ ਕਰਦੇ ਹਾਂ, ਇਹ ਤੁਹਾਡਾ ਸਪੋਜ਼ ਆਰਮੇਚਰ ਹੈ, ਇਹ ਤੁਹਾਡੀ ਫੀਲਡ ਵਾਈਂਡਿੰਗ ਹੈ, ਇਹਦੇ ਵਿੱਚ ਆਪਾਂ ਰਿਓਸਟੈਟ ਲਗਾ ਕੇ ਇਹ ਤੁਹਾਡੀ ਇਨਪੁਟ ਵੋਲਟੇਜ ਹੈ, ਇਹ ਨੈਗੇਟਿਵ ਹੈ, ਇਹ ਪੋਜ਼ਿਟਿਵ ਹੈ, ਇੱਥੇ ਰਿਓਸਟੈਟ ਆਪਾਂ ਚੇਂਜ ਓਵਰ ਕਰਾਂਗੇ। ਇਹਦੇ ਨਾਲ ਇਹ ਫੀਲਡ ਜਿਹੜੀ ਐਕਸਾਈਟ ਹੋਏਗੀ, ਫਲਕਸ ਐਕਸਾਈਟ ਹੋਏਗੀ, ਤਾਂ ਵੀ ਅਸੀਂ ਇਹਦੀ ਸਪੀਡ ਨੂੰ ਚੇਂਜ ਕਰ ਸਕਦੇ ਹਾਂ। ਠੀਕ ਹੈ, ਕਿ ਆਪਾਂ ਜਿਹੜਾ ਮੇਨ ਸਪਲਾਈ ਵੋਲਟੇਜ ਹੈ ਉਹਨੂੰ ਵੇਰੀ ਕੀਤਾ ਹੈ, ਸਪਲਾਈ ਵੋਲਟੇਜ ਨੂੰ ਵੇਰੀ ਕਰਕੇ ਹੀ ਅਸੀਂ ਮੋਟਰ ਦੀ ਸਪੀਡ ਨੂੰ ਚੇਂਜ ਕਰ ਸਕਦੇ ਹਾਂ। ਇਹ ਤੁਹਾਡੀ ਸਪੀਡ ਕੰਟਰੋਲ ਮੈਥਡ ਹੈ, ਸਾਰੇ ਬੜੇ ਈਜ਼ੀ ਹੈ ਸਪੀਡ ਕੰਟਰੋਲ ਮੈਥਡ, ਇਹਨੂੰ ਬੜੇ ਧਿਆਨ ਨਾਲ ਕਰ ਲੈਣਾ ਹੈ। ਹੁਣ ਅਸੀਂ ਅਗਲੀ ਵੀਡੀਓ 'ਚ ਤੁਹਾਨੂੰ ਟਰਾਂਸਫਾਰਮਰ ਬਾਰੇ ਦੱਸਾਂਗੇ, ਟਰਾਂਸਫਾਰਮਰ ਕਿਵੇਂ ਕੰਮ ਕਰਦਾ ਹੈ, ਕਿਸ ਸਿਧਾਂਤ ਤੇ ਕੰਮ ਕਰਦਾ ਹੈ, ਟਰਾਂਸਫਾਰਮਰ ਦੇ ਵਿੱਚ ਕਿਹੜੇ ਤਰ੍ਹਾਂ ਸਟੈਪ ਡਾਊਨ ਸਟੈਪ ਅਪ ਟਰਾਂਸਫਾਰਮਰ ਬਾਰੇ ਦੱਸਾਂਗੇ, ਟਰਾਂਸਫਾਰਮਰ ਦੇ ਕਿਹੜੇ ਪਾਰਟ ਹੁੰਦੇ ਆ ਉਹਦੇ ਬਾਰੇ ਦੱਸਾਂਗੇ, ਟਰਾਂਸਫਾਰਮਰ ਰੇਸ਼ੋ ਦੇ ਬਾਰੇ ਦੱਸਾਂਗੇ। ਠੀਕ ਹੈ ਜੀ, ਧੰਨਵਾਦ।